गुरु रू प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਚੁੱਪ ਪ੍ਰੀਤ ਦਾ ਸ਼ਹਿਨशाह ਵਪਾਰੀ ਦਾ ਅਗਲਾ ਹਿੱਸਾ ਪਿਆਰ ਨਾਲ ਸਰਵਣ ਕਰੀਏ ਜੀ। ਠੀਕ ਪ੍ਰਹਿਲਾਦ ਜੀ ਅੱਗ ਵਿੱਚ ਬਹਿ ਕੇ ਠੰਡੇ ਠਾਰੇ ਰਹੇ ਹੋਣੇ ਹਨ। ਜ਼ਰੂਰ ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੈ ਨਾ ਪਾਈ। ਸੰਸਾਰ ਸੜ ਰਿਹਾ ਹੈ, ਅੱਗ ਦੇ ਸ਼ੋਲੇ ਉੱਠ ਰਹੇ ਹਨ। ਜਿਨ੍ਹਾਂ ਨੂੰ ਸਾਈਂ ਨੇ ਪਦਾਰਥ ਵੱਲੋਂ ਸੁਖ ਬਖਸ਼ਿਆ ਹੈ, ਉਹ ਈਰਖਾ, ਦ્વੈ, ਗਿਣਤੀ, ਹਿਸਾਬ, ਸ਼ੰਕੇ ਆਦਿ ਅੰਦਰ ਦੇ ਭਾਂਬੜਾਂ ਨਾਲ ਜਲ ਰਹੇ ਹਨ। ਬੇਯਕੀਨੀ, ਬੇਸਿਦਕੀ ਦੀ ਪਾਮਰਤਾ ਰੂਹ ਨੂੰ ਚਿਮਟੀ ਹੋਈ ਹੈ। ਜੜ੍ਹਾਂ ਜ਼ਮੀਨ ਵਿੱਚੋਂ ਉਖੜ ਕੇ ਬਾਹਰ ਆ ਸੁੱਕ ਗਈਆਂ ਹਨ ਤੇ ਬਾਲਣ ਬਣ ਚੁੱਕੇ ਹਨ। ਰੇਸ਼ਮ ਤਨ ਤੇ ਖੜਕਦੇ ਹਨ, ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ, ਤੇ ਜਿਹੜੇ ਅਨ ਬਸਤਰ ਦੇ ਦੁੱਖਾਂ ਵਿੱਚ ਹਨ, ਉਹਨਾਂ ਨੂੰ ਭੁੱਖ, ਤ੍ਰੇ, ਨੰਗਾਪਨ, ਦਰਿਦਰਤਾ, ਰੋਗ, ਕਸ਼ਟ ਆਦਿ ਸਤਾ ਰਹੇ ਹਨ। ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਸੁੱਟੇ ਹਨ। ਮਨ ਟੁੱਟੇ ਪਏ ਹਨ। ਸੰਸਾਰ ਤੱਤਾ, ਜੀਵਨ ਤੱਤਾ, ਜੀਵਨ ਖੇਤਰ ਤੱਤਾ, ਬਾਰਮੁਖੀ ਮਨਮੁਖੀ ਬਿਰਤੀਆਂ ਤੱਤੀਆਂ। ਕਾਮ ਤੱਤਾ ਅਗ, ਕ੍ਰੋਧ ਤੱਤਾ ਅਗ, ਲੋਭ ਤੱਤਾ ਅਗ, ਮੋਹ ਤੱਤਾ ਅਗ, ਤ੍ਰਿਸ਼ਨਾ ਤੱਤੀ ਅਗ, ਭੁੱਖ ਤੱਤੀ ਅਗ। ਅਮੀਰੀ ਨਿਰਾ ਪਾਂਬੜ, ਗਰੀਬੀ ਤੱਤੀ, ਮਨ ਤੱਤਾ, ਮਨਮੁਖ ਟੁੱਟਿਆਂ ਸੁੱਕਿਆਂ ਦਾ ਪਿਆਰ ਤੱਤਾ। ਹਾਏ, ਹਰ ਪਾਸੇ ਅੱਗ ਹੀ ਅੱਗ, ਬਾਹਰ ਵੀ ਅੱਗ, ਅੰਦਰ ਵੀ ਅੱਗ, ਦੀਨ ਵੀ ਅੱਗ, ਦੁਨੀਆ ਵੀ ਅੱਗ। ਇਸ ਅੱਗ ਵਿੱਚ ਬੈਠਾ ਰੱਬ ਦਾ ਪਿਆਰਾ ਪ੍ਰਹਿਲਾਦ, ਮਨ ਠੰਡਾ, ਚਿੱਤ ਠੰਡਾ, ਜੀਭ ਠੰਡੀ, ਦਿਲ ਠੰਡਾ, ਤ੍ਰਿਸ਼ਨਾ ਰਹਿਤ ਦਿਲ ਹਰਾ ਭਰਾ। ਜੜ੍ਹਾਂ ਰੱਬ ਵਿੱਚ ਗੱਡੀਆਂ, ਬੇਮਲੂਮ ਗੱਡੀਆਂ। ਸੁਰਤ ਇੱਕ ਥਾਂ ਇਕੱਠੀ ਹੋਈ, ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ। ਅੱਗ ਵੀ ਪ੍ਰਣਾਮ ਕਰ ਰਹੀ ਹੈ। ਰੱਬ ਦਾ ਭਗਤ ਬੈਠਾ ਹੈ। ਬਸ ਕੇਵਲ ਰੱਬ ਦਾ ਪਿਆਰ ਠੰਡਾ ਹੈ। ਰੱਬ ਦਾ ਨਾਮ ਖੁਨਕ ਹੈ, ਖੁਨਕ ਨਾਮ ਖੁਦਾਇਆ। ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ, ਸੱਚਾ ਸੁਖ ਪਾਉਂਦਾ ਹੈ, ਰੂਹ ਠੰਡਾ ਹੁੰਦਾ ਹੈ। ਚਿੱਤ ਭਟਕਣ ਥੀ ਛੁੱਟ ਠੰਡਾ ਹੁੰਦਾ ਹੈ। ਰੱਬ ਦੀ ਮਿਹਰ ਬਚਾਉਂਦੀ ਹੈ। ਤਾਤੀ ਵਾਵ ਨ ਲੱਗਈ, ਪਾਰ ਬ੍ਰਹਮ ਸ਼ਰਣਾਈ। ਮਖਲੂਕ ਇਸ ਠੰਡ ਨੂੰ ਤੋਲ ਰਹੀ ਹੈ, ਕੁਦਰਤ ਟੋਲ ਰਹੀ ਹੈ। ਤਦ ਹੀ ਤਾਂ ਮਨੁੱਖਾਂ ਦਾ ਜਾਮਾ ਕੱਢ ਰਹੀ ਹੈ। ਮਾਂ ਜਦ ਵਿਛੜੇ ਬੱਚੇ ਨੂੰ ਮਿਲਦੀ ਹੈ ਤਾਂ ਗਲਵਕੜੀ ਪਾਉਂਦੀ। ਤਦ ਛਿਨ ਦੇ ਛਿਨ ਇਸ ਲਈ ਇਸ ਅੰਮ੍ਰਿਤ ਠੰਡ ਦਾ ਝਾਂਵਲਾ ਵੱਜਦਾ ਹੈ। ਜਦ ਆਦਮੀ ਦੀ ਇੱਛਾ, ਤੀਬਰ ਇੱਛਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਸ ਆਈ ਫਲਦੀ ਹੈ, ਤਾਂ ਫਲੀਭੂਤ ਹੋਣ ਤੇ ਉਸ ਛਿਨ ਲਈ ਇਸੀ ਠੰਡ ਦਾ ਝਲਕਾ ਵੱਜਦਾ ਹੈ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ। ਉਹ ਇਸੀ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾਵੰਤ ਨੂੰ ਜਦ ਜਲ ਮਿਲੇ ਤਦ ਇਸੀ ਹਾਲਤ ਦਾ ਬਿਜਲਈ ਲਿਸ਼ਕਾਰਾ ਹੁੰਦਾ ਹੈ। ਦੀਨ ਅਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ। ਇਸ ਨਾਮ ਖੁਨਕੀ ਦੀ ਅਮਰ, ਅਮਿਟ, ਅਟਲ ਲਾਲਸਾ ਵਿੱਚ ਹਨ। ਇਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ, ਮਿਟ ਨਹੀਂ ਸਕਦੀ। ਠੰਡ ਕਿਸ ਤਰ੍ਹਾਂ ਪਵੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਦ ਤੱਕ ਮਨ, ਚਿੱਤ, ਬੁੱਧੀ ਅੰਦਰ ਦੀ ਬਿਰਤੀ ਰੂਹ ਵਿੱਚ ਵਸਦੇ ਹੋਣ, ਇਹ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡਾ ਹੋ ਜਾਵੇ, ਸੁਰਤ ਦੀਆਂ ਨਿੱਕੀਆਂ ਨਿੱਕੀਆਂ ਵਾਲੋਂ ਬਰੀਕ ਕਿਰਨਾਂ ਵਾਂਗ ਪਤਲੀਆਂ ਸੂਖਮ ਜੜ੍ਹਾਂ ਨਿਰੰਕਾਰ ਕਰਤਾਰ ਅਕਾਲ ਵਿੱਚ ਕਿਵੇਂ ਨਾ ਕਿਵੇਂ ਗੰਢੀਜ ਜਾਣ, ਤਾਂ ਇਹੋ ਮਨੁੱਖਤਾ ਦੇ ਸੋਹਣੇ ਗਹਿਣੇ ਹਨ, ਬਸਤਰ ਹਨ, ਹਥਿਆਰ ਹਨ, ਚਾਕਰ ਤੇ ਸਾਹਿਬ ਹਨ। ਨਹੀਂ ਤਾਂ ਅੱਗ ਦੀਆਂ ਲਾਟਾਂ ਹਨ। ਆਦਮੀ ਦੇ ਅੰਦਰਲੇ ਸਾਰੇ ਰੰਗ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਬਾਲੀ ਹੋਈ ਹੈ। ਬਹੂ ਕਰਕੇ ਸਭ ਸੰਸਾਰ ਦੇ ਦੁੱਖ ਇਹਨਾਂ ਦਾ ਮਚਾਇਆ ਭੜਥੂ ਹੈ। ਇਹਨਾਂ ਦੀ ਚਾਕਰੀ ਵਿੱਚ ਤੇ ਉਹ ਸੁੱਖ ਹੈ ਨਹੀਂ
ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਛੋਹ ਵਿੱਚ ਹੈ। ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਿਲਾਦ ਅੱਗ ਵਿੱਚ ਬਹਿ ਸਕਦਾ ਸੀ ਤੇ ਤੱਤੇ ਥੰਮ ਨੂੰ ਜਫੀ ਪਾ ਸਕਦਾ ਸੀ। ਠੰਡ ਵਿੱਚ ਸਿਦਕ ਆਉਂਦਾ ਹੈ, ਅੱਗ ਵਿੱਚ ਕੀ ਸਿਦਕ ਕੀ ਈਮਾਨ। ਸੋ ਸੰਸਾਰ ਜਲਨ ਦਾ ਆਪਣੀ ਬਾਲੀ ਅੱਗ ਬੁਝਾਉਣ ਨੂੰ ਦੀਨਾ ਮਜ਼ਹਬਾਂ ਵੱਲ ਦੌੜਿਆ। ਇਹ ਉੱਥੇ ਵੀ ਜਾ ਸੜਦੇ ਹਨ। ਮਜ਼ਹਬਾਂ ਨੂੰ ਵੀ ਇਹਨਾਂ ਨੇ ਅੱਗ ਲਾ ਦਿੱਤੀ। ਉਹ ਅੰਦਰ ਜੋ ਅੱਗ ਲੱਗੀ ਸੀ, ਜਿੱਥੇ ਗਿਆ ਉੱਥੇ ਹੋਰ ਵਧੀ, ਸਾੜ ਬੁੱਝੀ ਨਾ, ਠੰਡ ਪਈ ਨਾ। ਉਹ ਠੰਡ ਕਿੱਥੇ ਹੈ? ਭਰਮਾਂ, ਵਹਿਮਾਂ, ਮਜ਼ਹਬਾਂ ਦੇ ਫਸਾਦਾਂ, ਜੰਗਾਂ, ਧੜੇਬਾਜ਼ੀਆਂ, ਅਹੰਕਾਰ ਦੇ ਵਲਵਲਿਆਂ, ਮਨ ਸੰਤੁਸ਼ਟੀਆਂ, ਮਨ ਘੜੇ ਅਸੂਲਾਂ, ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਜ਼ਹਿਰ ਇੰਨਾ ਚੜ੍ਹਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ ਲੋਕੀ ਮਜ਼ਹਬ ਦੇ ਅਸੂਲਾਂ ਤੇ ਸ਼ਰੀਅਤਾਂ ਵਿੱਚ ਪੈ ਮਰ ਜਾਂਦੇ ਹਨ। ਕੋਈ ਬੇਹੋਸ਼ ਹੋ ਜਾਂਦੇ ਹਨ। ਪਤਾ ਨਹੀਂ ਇਉਂ ਕਿਉਂ ਸੰਸਾਰ ਜਲ ਰਿਹਾ ਹੈ। ਅੱਗਾਂ ਦਿਲਾਂ, ਸ਼ਹਿਰਾਂ, ਮੁਲਕਾਂ ਨੂੰ ਲੱਗੀਆਂ ਹੋਈਆਂ ਹਨ। ਆਪਾ ਧਾਪੀ ਪਈ ਹੋਈ ਹੈ। ਸ਼ੋਰ, ਕੂੜ, ਤ੍ਰਿਸ਼ਨਾ ਮਾਰ ਰਿਹਾ ਹੈ। ਇਹ ਆਪਣੀ ਹੱਥੀਂ ਲਾਈ ਹੋਈਆਂ ਅੱਗਾਂ ਹਨ। ਇਸ ਅੱਗ ਵਿੱਚ ਕੋਈ ਰੱਬ ਦਾ ਬੰਦਾ। ਕੋਟਨ ਮੈਂ ਕੋਟ ਠੰਡਾ ਹੈ। ਉਹ ਅੱਗ ਵਿੱਚ ਬੈਠਾ ਠੰਡਾ ਹੈ। ਅੱਗ ਉਹਨੂੰ ਕੁਛ ਨਹੀਂ ਕਹਿੰਦੀ। ਉਹਦੇ ਸਿਰ ਤੇ ਲਾਲ ਸ਼ੋਲਿਆਂ ਦਾ ਤਾਜ ਬਣਾ ਅੱਗ ਕੁਰਬਾਨ ਹੁੰਦੀ ਹੈ। ਠੰਡੀ ਸੁਰਤ ਅੰਦਰ ਆਪੇ ਵਿੱਚ ਇਕੱਠੀ ਹੋਈ ਸੁਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ, ਪਰ ਉਹ ਨੁਕਤਾ ਹੱਥ ਨਹੀਂ ਆਉਂਦਾ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ, ਪਰ ਇਹਨਾਂ ਦੀਆਂ ਖੁਆਇਸ਼ਾਂ ਦੇ ਫੈਲਾਅ ਨੇ ਕਿੰਨੀ ਅੱਗ ਮਚਾ ਰੱਖੀ ਹੈ। ਬੁੱਧ ਜੀ ਜੈਸੇ ਪਰਉਪਕਾਰੀ ਨੇ ਹਾਰ ਕੇ ਆਖਰ ਕਿਹਾ ਸੀ ਕਿ ਇਹ ਸੰਸਾਰ ਦਾ ਦੁੱਖ ਮਨੁੱਖ ਦੇ ਆਪਣੇ ਕਰਮਾਂ ਕਰਕੇ ਹੈ। ਜੇ ਲੋਕ ਚੰਗੇ ਕੰਮ ਕਰਨ, ਆਪੇ ਵਿੱਚ ਇਕੱਠੇ ਹੋਣ, ਆਪਾ ਚੀਨਣ ਤਾਂ ਸੁਖੀ ਹੋ ਜਾਣਗੇ। ਆਪੇ ਨੂੰ ਦੇਵਤਿਆਂ ਜਿੰਨਾ ਉੱਚਾ ਕਰਨਾ ਜਾਂ ਕੀੜੀਆਂ ਜਿੰਨਾ ਨੀਵਾਂ ਕਰਨਾ ਆਪਣੇ ਕੀਤੇ ਕਰਮਾਂ ਦੇ ਅਧੀਨ ਹੈ। ਇਸ ਫੈਸਲੇ ਵਿੱਚ ਮੋਇਆਂ ਦੀ ਕੀ ਢਾਰਸ ਬੱਝੇ। ਪਹਿਲੇ ਸੁਖੀ ਹੋਣ, ਜੀਣ ਤਾਂ ਕਿਧਰੇ ਚੰਗੇ ਕੰਮ ਕਰਨ ਦੀ ਹੋਸ਼ ਆਵੇ। ਬੁੱਧ ਜੀ ਨਾਲ ਲੱਗ ਥੋੜਾ ਚਿਰ ਜੀਵੇ, ਫਿਰ ਮਰ ਗਏ। ਅੰਧ ਖਾਤੇ, ਗਫਲਤ ਤੇ ਰੂਹਾਨੀ ਮੌਤ ਦਾ ਕੀ ਇਲਾਜ ਹੈ? ਬ੍ਰਹਮ ਗਿਆਨੀਆਂ ਨੇ ਕਿਹਾ ਇਹ ਅਗਿਆਨ ਹੈ। ਗਿਆਨ ਆਣ ਪਰ ਦੁੱਖ ਕੋਈ ਨਹੀਂ। ਬੁੱਧ ਜੀ ਨੇ ਵੈਦਾਂਤ ਤੇ ਉਪਨਿਸ਼ਦ ਦੀਆਂ ਨਿਰੀਆਂ ਮਨ ਗੱਲਾਂ ਦੇ ਗਿਆਨ ਦਾ ਨਿਖੇਧ ਕੀਤਾ ਤੇ ਕਰਮ ਨੂੰ ਹੀ ਗਿਆਨ ਦੱਸਿਆ। ਚਲਦਿਆਂ ਚਲਦਿਆਂ, ਕੰਮ ਕਰਦਿਆਂ ਕਰਦਿਆਂ ਆਪੇ ਰਸਤੇ ਰੋਸ਼ਨ ਹੋ ਜਾਂਦੇ ਹਨ। ਇਹ ਹੈ ਨਾ ਠੀਕ? ਗੱਲਾਂ ਕਰਨ ਥੀ ਤਾਂ ਹਲ ਜੋਣਾ, ਪੱਥਰ ਢੋਣਾ ਸੱਚਾ ਤੇ ਸੁੱਚਾ ਗਿਆਨ ਹੈ। ਆਪ ਨੇ ਮੁੱਖ ਕਰਮ ਇਹ ਦੱਸਿਆ ਕਿ ਚੰਗੇ ਬਣੋ, ਚੰਗਾ ਲੱਗਣਾ, ਚੰਗਾ ਹੋਣਾ, ਚੰਗਾ ਕਰਨਾ। ਇਹ ਹੋਣਾ ਠੀਕ ਜੀਵਨ ਦੀ ਗੁਰਮੁਖ ਅਵਸਥਾ ਦਾ ਵਰਣਨ ਹੈ। ਦਇਆਵਾਨ, ਸ਼ੀਲਵਾਨ, ਸੰਤੋਖਵਾਨ, ਪਵਿੱਤਰ ਆਸ਼ਾ, ਪਵਿੱਤਰ ਤ੍ਰਿਸ਼ਨਾ ਆਦਿ। ਪਰ ਪਹਿਲੇ ਜੀਵੋਗੇ ਤਾਂ ਰੂਹ ਵਿੱਚ ਕੁਝ ਚਾਹ ਤਾਂ ਹੋਵੇ, ਕੁਝ ਸ਼ੌਕ ਤਾਂ ਹੋਵੇ, ਕੁਝ ਖਲਬਲੀ ਤਾਂ ਹੋਵੇ। ਇੱਥੇ ਮੰਜ਼ਿਲ ਮਕਸੂਦ ਠੀਕ ਸਭ ਦੀ ਇਸ ਅੱਗੀ ਸੰਸਾਰ ਵਿੱਚ ਕਰਮ ਖੇਤਰ ਦੀ ਤਪਸ਼ ਵਿੱਚ ਕਿਧਰੇ ਠੰਡ ਪ੍ਰਾਪਤ ਹੋ ਜਾਵੇ। ਤਪਿਆ ਪਿਆਰ ਮੋਹ ਹੋ ਜਾਂਦਾ ਹੈ, ਤਪੀ ਭਗਤੀ ਕਾਮ ਹੋ ਜਾਂਦੀ ਹੈ, ਤਪੀ ਸੁਰਤੀ ਅਹੰਕਾਰ ਹੈ, ਤਪੀ ਜੀਵਨ ਤੀਬਰਤਾ, ਜੀਵਨ ਜੋਸ਼ ਕ੍ਰੋਧ ਹੋ ਜਾਂਦਾ ਹੈ। ਦਰਸ਼ਨ ਦੀ ਲਾਲਸਾ, ਖੁਨਕ ਨਾਮ, ਮਹਾਂਪੁਰਖਾਂ ਦੀ ਹਜ਼ੂਰੀ ਦੀ ਚਾਹ ਜਦ ਤਪ ਜਾਂਦੀ ਹੈ ਤਦ ਲੋਭ ਦੀ ਸੂਰਤ ਪਕੜ ਲੈਂਦੀ ਹੈ। ਮਜ਼ਹਬਾਂ ਦੇ ਵੈਰ, ਦੁਐਤ, ਤਪੀ ਹੋਈ, ਮੋਈ ਹੋਈ, ਮਨੂਰ ਹੋਈ ਜਗਿਆਸਾ ਹੀ ਤਾਂ ਹੈ। ਇਉਂ ਦੀਨਦਾਰ ਦੁਨੀਆਦਾਰਾਂ ਤੋਂ ਵੱਧ ਜ਼ਹਿਰੀਲੇ ਹੋ ਜਾਂਦੇ ਹਨ। ਤਪੀ ਤਪੱਸਿਆ ਕ੍ਰੋਧ, ਤਪਿਆ ਗ੍ਰਹਿਸਤ ਵਿਰੋਧ, ਤਪੀ ਅਕਲ ਸ਼ੈਤਾਨ, ਤਪੀ ਅਰੋਗਤਾ ਬਿਮਾਰੀ, ਤਪਿਆ ਚਿੱਤ ਦੁੱਖ ਤੇ ਕਲੇਸ਼। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਉਂ ਧਰਮ ਕਰਮ ਵੀ, ਜਪ ਤਪ ਪੂਜਾ ਸੇਵਾ ਹਾਂਜੀ ਪਿਆਰ ਆਦਿ ਸਭ ਰੋਗ ਹਨ।
ਕੁਝ ਸਰੀਰਕ ਤੇ ਕੁਝ ਮਾਨਸਿਕ। ਦੀਨ ਵੀ ਮਰਜ਼ ਹੈ। ਦੁਨੀਆ ਦੇ ਕਰਮ ਯੋਗ ਸਭ ਮਰਜ਼ਾਂ ਹਨ, ਤਪਸ਼ਾਂ ਹਨ, ਹਾੜੇ ਹਨ। ਸੁਰਤ ਟਿਕਾ ਵਿੱਚ ਨਹੀਂ, ਦਿਲ ਠਾਏ ਵਿੱਚ ਨਹੀਂ, ਚਿੱਤ ਸਥਿਰ ਨਹੀਂ। ਦੀਨ ਵਿੱਚ ਵੀ ਤ੍ਰਿਸ਼ਨਾ ਨੇ ਬੰਦੇ ਮਾਰ ਲਏ, ਦੁਨੀਆ ਵਿੱਚ ਤਾਂ ਇਸ ਅੱਗ ਨੇ ਅੱਗੇ ਹੀ ਮਾਰ ਰੱਖੇ। ਹਾਏ ਠੰਡ ਕਿੱਥੇ? ਹਰ ਪ੍ਰਸ਼ਨ ਹਰ ਇੱਕ ਨੇ ਆਪਣੇ ਲਈ ਆਪ ਹੱਲ ਕਰਨਾ ਹੈ। ਇੱਕ ਗਿਆਨਵਾਨ ਕਵੀ ਕਹਿੰਦਾ ਹੈ, ਤੇਰੀ ਮੰਜ਼ਲ ਤੂੰ ਆਪਣੇ ਪੈਰੀ ਹੀ ਤੈਅ ਕਰਨੀ ਹੈ, ਮੈਂ ਤੇਰੇ ਲਈ ਤੇਰੀ ਮੰਜ਼ਲ ਨਹੀਂ ਮਾਰ ਸਕਦਾ। ਪਰ ਹੈ ਗੱਲ ਇੱਕ ਨੁਕਤੇ ਵਾਲੀ। ਸਦੀਆਂ ਤੱਕ ਤੂੰ ਸਮਝੀ ਜਾਏਗਾ ਕਿ ਤੂੰ ਬੜੀ ਰੂਹਾਨੀ ਤਰੱਕੀ ਕਰ ਰਿਹਾ ਹੈ, ਤੇਰੇ ਜਿਹਾ ਕੋਈ ਨਹੀਂ, ਤੂੰ ਬੜਾ ਦੀਨਦਾਰ ਹੈ, ਬੜਾ ਪੁੰਨ ਆਤਮਾ ਹੈ, ਬੜਾ ਤਪ ਕਰ ਰਿਹਾ ਹੈ। ਤੂੰ ਆਪਣੇ ਆਪ ਨੂੰ ਅੰਦਰਵਾਰ ਪਾਰਗ੍ਰਾਮੀ ਸਮਝਣ ਲੱਗ ਪਿਆ ਹੋਵੇਂਗਾ। ਪਰ ਯਾਦ ਰੱਖ, ਸਦੀਆਂ ਪਿੱਛੋਂ ਗੌ ਕਰਕੇ ਤੱਕਸੇ ਤਾਂ ਪਤਾ ਲੱਗਸੀ ਕਿ ਤੂੰ ਤਾਂ ਚੱਲਦਾ ਵੀ ਉੱਥੇ ਹੀ ਖੜਾ ਹੈ ਜਿੱਥੇ ਤੂੰ ਚੱਲਿਆ ਸੈਂ। ਭਾਈਆ, ਰੂਹਾਨੀ ਤਰੱਕੀ ਇਉਂ ਨਹੀਂ ਹੁੰਦੀ। ਜਿਸ ਕਿਸੇ ਦੀ ਨਜ਼ਰ ਤੇਰੇ ਪਰ ਪਵੇਗੀ ਤਾਂ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਲ ਹੋਵੇਗੀ। ਰੂਹਾਨੀ ਤਰੱਕੀ, ਆਤਮਿਕ ਉન્નਤੀ ਕਿਸੇ ਦੀਆਂ ਨਜ਼ਰਾਂ ਦੀ ਖੇਡ ਹੈ। ਭਾਈ ਗੁਰਦਾਸ ਜੀ ਇਸੀ ਅੰਦਾਜ਼ ਵਿੱਚ ਫਰਮਾਉਂਦੇ ਹਨ, ਲੱਖ ਧਿਆਨ ਸਮਾਧ ਲਾਏ ਗੁਰਮੁਖ ਰੂਪ ਨਾ ਅਪੜ ਸਕੈ, ਲੱਖ ਗਿਆਨ ਵਖਾਣ ਕਰ ਸ਼ਬਦ ਸੁਰਤ ਉਡਾਰੀ ਥੱਕੇ, ਬੁੱਧ ਬਲ ਬਚਨ ਵਿਵੇਕ ਲਖ ਟਹਿ ਟਹਿ ਪਵਨ ਪਿਰਮਦਰ ਧੱਕੇ, ਜੋਗ ਭੋਗ ਬੈਰਾਗ ਲਖ ਸਹਿ ਨ ਸਕੈ ਗੁਣਵਾਸ ਮਹਕੇ, ਲਖ ਅਚਰਜ ਅਚਰਜ ਹੋਏ ਅਭਿਗਤ ਗਤ ਅਭਿਗਤ ਵਿੱਚ ਅੱਕੇ, ਵਿਸਮਾਦੀ ਵਿਸਮਾਦ ਲਖ ਅਕਤ ਕਥਾ ਵਿੱਚ ਸਹਿਜ ਸਹਿਕੈ, ਗੁਰ ਸਿੱਖੀ ਦੇ ਅਖ ਫਰਕ ਹੈ। ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੈਲ ਕਿਹਾ ਹੈ, ਹਮ ਮੈਲੇ ਤੁਮ ਊਜਲ ਕਰਤੇ, ਉਹ ਇਹ ਅੰਦਰ ਦੀ ਆਪ ਬਾਲੀ ਅੱਗ ਹੈ ਜਿਹੜੀ ਸੁਰਤ ਨੂੰ ਖਿੰਡਾ ਵਿੱਚ ਲੈ ਜਾਂਦੀ ਹੈ। ਠੰਡੀ ਸੁਰਤ ਸਦਾ ਇਕੱਠੀ ਹੁੰਦੀ ਹੈ। ਠੰਡਾ ਰੂਹ ਰੱਬ ਨਾਲ ਮਿਲਿਆ ਹੁੰਦਾ ਹੈ, ਉਹਦੇ ਵਿੱਚ ਹੁੰਦਾ ਹੈ। ਤਪੀ ਸੁਰਤ ਪਾਪ ਹੈ, ਠੰਡੀ ਸੁਰਤ ਪੁੰਨ ਹੈ। ਮੈਲ ਇਸੀ ਅੱਗ ਦਾ ਲਾਂਭਾ ਹੈ ਜਿਹੜਾ ਲੱਗ ਜਾਂਦਾ ਹੈ ਤੇ ਰੂਹ ਸੜ ਜਾਂਦੀ ਹੈ। ਆਪਣੇ ਕਰਮ ਨਾਲ ਮੈਲੇ ਹੋ ਜਾਈਦਾ ਹੈ, ਕਦੇ ਕਿਸੇ ਹੋਰ ਦੇ ਕਰਮ ਵੀ ਮਾਰ ਦਿੰਦੇ ਹਨ। ਛੋਹ ਹੈ ਨਾ, ਲੱਗ ਜਾਂਦੀ ਹੈ, ਚੰਗੀ ਵੀ ਮੰਦੀ ਵੀ। ਇਨਸਾਨ ਇੱਕ ਹੈ, ਇਸ ਕਰਕੇ ਮਖਲੂਕ ਦੇ ਕਰਮਾਂ ਦਾ ਅਸਰ ਇੱਕ ਸ਼ਖਸ ਤੇ ਪੈਂਦਾ ਹੈ ਤੇ ਇੱਕ ਇੱਕ ਸ਼ਖਸ ਦੇ ਕਰਮ ਦਾ ਅਸਰ ਮਖਲੂਕਾਂ ਤੇ। ਸਭ ਦੁਨੀਆ ਦੇ ਕਰਮ ਇਉਂ ਮੇਰੇ ਹੀ ਕਰਮ ਹਨ, ਮੈਨੂੰ ਮੈਂ ਹੀ ਮੈਲ ਲਾਂਦੀ ਹੈ। ਇਸ ਵਿੱਚ ਕੋਈ ਹਰਿਆ ਬੂਟ ਰਯੋਰੀ, ਬਸ ਸਭ ਕੁਝ ਉਹ ਹੀ ਰੱਬ ਹੈ। ਜੇ ਸੁਰਤ ਤਪੀ ਹੈ, ਖਿੰਡੀ ਹੈ, ਮੈਲੀ ਹੈ, ਭਾਰੀ ਹੈ, ਉਹ 5 ਜਵਾਨ ਸੇਵਾ ਕਰਨ ਵਾਲੇ ਹਨ, ਉਹ 5 ਵੈਰੀ ਹਨ। ਉਹ ਕੁਦਰਤ ਹਰ ਰੂਪ ਹੈ, ਉਹ ਕੁਦਰਤ ਖਾਣ ਨੂੰ ਆਉਂਦੀ ਹੈ। ਉਹ ਸਭ ਮਜ਼ਹਬ, ਸਭ ਦੁਨੀਆ ਉਹਦੀ ਰਜ਼ਾ ਹੈ ਤੇ ਸੋਹਣੇ ਹਨ, ਤੇ ਉਹ ਰੰਗ ਹਨ, ਮਹਾਰੰਗ ਹਨ। ਜਿੱਥੇ ਜੀਵਨ ਦੁੱਖ ਰੂਪ ਹੈ, ਇੱਕ ਨੁਕਤਾ ਹੈ, ਪਰ ਕੋਈ ਵਿਰਲਾ ਬਖਸ਼ਿਆ ਹੋਇਆ ਪਹਿਚਾਣਦਾ ਹੈ। ਜਿਸ ਨੂੰ ਇਹ ਦਾਵ ਆ ਗਿਆ, ਉਹ ਆਪਣੀ ਸੁਰਤ ਦੇ ਲਹਾਵ ਚੜਾਓ, ਤੱਤਾਪਨ, ਠੰਡਾਪਨ, ਮਹਿਲਾਪਨ ਤੇ ਉਜਲਤਾ, ਨਿਰਮਲਤਾ, ਸਰਲਤਾ, ਹਲਕਾਪਨ, ਭਾਰਾਪਨ ਆਦਿ ਪਹਿਚਾਨਣ ਲੱਗ ਗਿਆ। ਆਪ ਵਿੱਚ ਜੋਖਦਾ ਹੈ। ਢਹਿਣਾ ਉੱਠਣਾ ਤਾਂ ਹੈ ਹੀ, ਪਰ ਰੂਹਾਨੀ ਹਾਲਤ ਆਰੰਭ ਹੋ ਗਈ। ਬੇਹੋਸ਼ੀ ਥੀ ਹੋਸ਼ ਆਈ, ਮੌਤ ਥੀ ਮੋੜਾ ਪਿਆ, ਗਫਲਤ ਮੁਰਦਾ ਸੰਤੁਸ਼ਟੀਆਂ ਦਾ ਰੰਗ ਛੁੱਟਾ, ਜੀਵਨ ਹਿਲਿਆ, ਧੜਕਿਆ, ਪਿਆਰ ਦੀਆਂ ਪੀੜਾਂ ਛਿੜੀਆਂ, ਪੀੜ ਦੁੱਖ ਪ੍ਰਤੀਤ ਹੋਣ ਲੱਗ ਪਏ, ਦਰਦ ਉੱਠਣ ਲੱਗ ਪਏ, ਹਾਏ ਹਾਏ ਹੋਣ ਲੱਗ ਪਈ, ਜੀ ਪਿਆ, ਜ਼ਹਿਰ ਝੜਨ ਲੱਗ ਪਿਆ। ਪਰ ਇਹ ਬੜੀ ਉੱਚੀ ਹਾਲਤ ਦੀ ਖੇਡ ਹੈ। ਕੋਈ ਵਿਰਲਾ ਹੈ ਜਿਸ ਨੂੰ ਇਸ ਨੁਕਤੇ ਦਾ ਪਤਾ ਲੱਗਦਾ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਜੋਤ ਸਮਾਵੇ, ਸ਼ਬਦ ਸੁਰਤ ਲਿਵ ਮਿਰਗ ਜਿਉਂ ਅਨਹਦ ਲਿਵ ਲਾਵੇ, ਸਾਧ ਸੰਗਤ ਵਿੱਚ ਲੀਨ ਹੋਏ ਗੁਰਮਤਿ ਸੁਖ ਪਾਵੇ, ਚਰਨ ਕਮਲ ਵਿੱਚ ਭਵਰ ਹੋਏ ਸੁਖ ਰਹਿਣ ਵਿਹਾਵੇ, ਗੁਰ ਉਪਦੇਸ਼ ਨ ਵਿਸਰੈ ਬਾਬੀਹਾ ਧਿਆਵੇ, ਪੀਰ ਮੁਰੀਦਾਂ ਪਿਰਹੜੀ ਦੁਬਦਾ ਨਾ ਸੁਖਾਵੇ। ਪਰ ਇਹ ਸੁਰਤ ਦੀ ਸਾਇੰਸ ਤੇ ਆਰਟ ਵੀ
ਤੱਤੇ ਹੋ ਕੇ ਵਹਿਮ ਤੇ ਕਮਜ਼ੋਰੀਆਂ ਆਪਣੀਆਂ ਬਣਾ ਲਏ। ਉਜ਼ਰ ਤੇ ਸਫਾਈਆਂ ਨਵੀਆਂ ਦਲੀਲਾਂ ਵਿੱਚ ਸਾਡੇ ਮੈਲੇ ਹੱਥਾਂ ਵਿੱਚ ਮੈਲੇ ਹੋ ਜਾਂਦੇ ਹਨ। ਜਿਵੇਂ ਵਿਸ਼ਿਆਂ ਵਿਕਾਰਾਂ ਵਿੱਚ ਠੰਡ ਦਾ ਛਿਨਕ ਝਲਕਾ ਵੱਜ ਜਾਂਦਾ ਹੈ, ਇਸ ਤਰ੍ਹਾਂ ਕਦੀ ਕਦੀ ਸੁਰਤ ਚੱਕਰ ਖਾ ਨਿਜ ਘਰ ਦੇ ਸੁੱਖ ਨੂੰ ਛਿਨ ਦੇ ਛਿਨ ਲਈ ਪ੍ਰਾਪਤ ਕਰਦੀ ਹੈ। ਪਰ ਜਿਸ ਨੂੰ ਸਤਸੰਗਤ ਦਾ ਨਾਮ ਦੇ ਆਪਣੀਆਂ ਕਮਜ਼ੋਰੀਆਂ ਨੂੰ ਤਾਕਤਾਂ ਮਿਥੀਦਾ ਹੈ, ਉਹ ਉਸੀ ਫਹਿਰਿਸ਼ ਦੀਆਂ ਕਮਜ਼ੋਰੀਆਂ ਹੁੰਦੀਆਂ ਹਨ ਜਿਸ ਕਰਕੇ ਸਾਡੀ ਆਪਣੀ ਜ਼ਿੰਦਗੀ ਤੇ ਸੰਸਾਰ ਦੁੱਖ ਰੂਪ ਹੋ ਜਾਂਦਾ ਹੈ। ਸਤਸੰਗ ਜਿਸ ਨੂੰ ਰਸਮੀ ਨਾਮ ਦੇਈਦਾ ਹੈ, ਉਹ ਵੀ ਉਹ ਜਿਹਾ ਕਾਲਾ ਸਰੀਰ ਤੱਕਦਾ ਜਿਸਮਾਨੀ ਤੇ ਅਕਲੀ ਵਿਵਹਾਰ ਦੀ ਸ਼ਕਲ ਫੜ ਲੈਂਦਾ ਹੈ। ਖਿਣਕ ਦੀਨ ਖਿਣਕ ਦੁਨੀਆ ਇੱਕ ਮੁੱਲ ਦੀਆਂ ਚੀਜ਼ਾਂ ਹਨ, ਪਰ ਖਿਣਕ ਦੀਨ ਜਾਂ ਖਿਣਕ ਦੁਨੀਆ ਦੇ ਸਾਮਾਨਾਂ ਵਿੱਚ ਇਸ ਠੰਡ ਦਾ ਜ਼ਾਤੀ ਤਜਰਬਾ ਇਨਸਾਨ ਦੀ ਉਮੀਦ ਨੂੰ ਪ੍ਰਾਣ ਬਖਸ਼ਦਾ ਹੈ। ਹਾਂ, ਕੁਛ ਹੈ, ਇਹ ਆਪੇ ਨੂੰ ਪ੍ਰਤੀਤ ਹੁੰਦਾ ਹੈ, ਅੰਦਰ ਘਟਦਾ ਹੈ, ਪੌਂਦਾ ਹੈ, ਜਵਾਲਦਾ ਹੈ, ਚਿਤ ਕਰਦਾ ਹੈ ਕਿ ਬਾਹਰ ਮੁਖੀ ਆਪਾ ਤਾਪੀ ਤੇ ਬਿਕਰਾਲ ਦੁਬਦਾ, ਬਿਕਰਾਲ ਅਹੰਕਾਰ ਤੇ ਦਵੈਤ, ਬਿਕਰਾਲ ਕਿਰਪਾਲਤਾ ਕੰਗਾਲਤਾ, ਬਿਕਰਾਲ ਖੁਦਗਰਜ਼ੀ, ਮੋਹ ਨੀਚਤਾ, ਹਿੰਸਾ, ਦਿਲ ਦੁਖਾਉਣਾ, ਦੁੱਖ ਦੇਣਾ ਆਦਿ ਅਨਾਤਮ ਧੰਦਿਆਂ ਵਿੱਚ ਰੱਬ ਵੱਲ ਮੂੰਹ ਕਰ ਟੁਰੀ। ਪਰ ਕਲਯੁਗ ਚੜੇ ਦਰਿਆ ਵਾਂਗ ਠਾਠਾਂ ਮਾਰ ਰਿਹਾ ਹੈ। ਸਭ ਕੋਈ ਇਠਾਹਾਂ ਨੂੰ ਹੀ ਵਹੀ ਜਾਂਦਾ ਹੈ। ਕੋਈ ਸੂਰਮਾ ਹੀ ਉੱਪਰ ਨੂੰ ਟੁਰੇ ਤਾਂ ਟੁਰੇ, ਦਰਿਆ ਦੇ ਰੋੜ ਦੇ ਬਰਖਲਾਫ ਆਪਣੀਆਂ ਬਾਹਾਂ ਮਾਰੇ। ਸੱਚੀ ਸੁਰਮਤਾਈ ਇਸੀ ਵਿੱਚ ਹੈ। ਰਸਾਤਲ ਨੂੰ ਵਗੇ ਤਾਂ ਸਾਰੇ ਜਾਂਦੇ ਹੀ ਹਨ, ਇਹ ਗੱਲ ਸੌਖੀ ਨਹੀਂ। ਸੁਰਤ ਨੂੰ, ਰੂਹ ਨੂੰ ਰੱਬ ਵਿੱਚ ਜੋੜੀ ਰੱਖਣਾ, ਲਗਾਤਾਰ ਉਸ ਵਿੱਚ ਸਾਹ ਲੈਣਾ। ਜਦ ਜ਼ਰਾ ਠੰਡ ਨਾਲ ਦਿਲ ਤੇ ਜੁੱਸਾ ਲੱਗਦਾ ਹੈ ਤਾਂ ਦਿਲ ਕਰਦਾ ਹੈ ਕਿਸੇ ਨੂੰ ਨਾ ਮਿਲੀਏ, ਇਸ ਨੂੰ ਘੁੱਟ ਦਿਲ ਵਿੱਚ ਰੱਖੀਏ, ਛੁਪਾ ਲਈਏ, ਕਿਸੇ ਨੂੰ ਨਾ ਦਸੀਏ ਤੇ ਜੰਗਲਾਂ ਨੂੰ ਨਸ ਟੁਰੀਏ। ਇਹ ਇਸਤਰੀ, ਪੁੱਤਰ, ਮਿੱਤਰ, ਭਾਈ ਸਭ ਮੇਰੇ ਵੈਰੀ ਹਨ, ਮੈਨੂੰ ਤਪਾ ਦਿੰਦੇ ਹਨ, ਠੰਡ ਹਰ ਲੈਂਦੇ ਹਨ। ਇਉਂ ਕਰਮ ਸੁਰਤ ਨੂੰ ਮੁੜ ਤਪਾਉਣ ਲੱਗਦੇ ਹਨ ਤੇ ਦੂਜੇ ਪਾਸੇ ਦਿਲ ਮਿੱਠਾ ਹੋ ਜਾਣ ਕਰਕੇ ਸਭ ਕੁਟੰਬ ਚੰਗਾ ਲੱਗਣ ਲੱਗ ਜਾਂਦਾ ਹੈ। ਹੋਰ ਮਿੱਠਾ ਹੁੰਦਾ ਹੈ ਤੇ ਫਿਰ ਹੋਰ ਤਰ੍ਹਾਂ ਮਿਠਾਸ ਆਪਣੇ ਮਿੱਠੇਪਣ ਵਿੱਚੋਂ ਸੱਟ ਮਾਰਦੀ ਹੈ। ਪੈਂਡਾ ਹੈ ਦੂਰ ਗੋਰੀਏ ਨੀ, ਤੁਰਦੇ ਅਸੀਂ ਮੁਸਾਫਰ, ਲੱਖ ਮੰਜ਼ਲਾਂ ਤੋਂ ਆਏ, ਅੱਗੇ ਹੈ ਰਾਹ ਸਵਾਇਆ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੋਹੂ ਬਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਪਾ ਲੀਏ। ਗ੍ਰਹਿ ਰਾਜ ਮੈਂ ਨਰਕ ਉਦਾਸ ਕ੍ਰੋਧਾ, ਬਹੁ ਬੇਦ ਪਾਠ ਸਭ ਸੋਦਾ, ਦੇਹੀ ਮੈਂ ਜੋ ਰਹਿ ਅਲਿਪਤਾ, ਤਿਸ ਜਨ ਕੀ ਪੂਰਨ ਕਾਲੀਏ। ਜਾਗਤ ਸੂਤਾ ਭਰਮ ਵਿਗੂਤਾ, ਬਿਨ ਗੁਰ ਮੁਕਤ ਨ ਹੋਈਐ ਮੀਤਾ, ਸਾਧ ਸੰਗ ਟੂਟੈ ਹੋਂ ਬੰਧਨ, ਏਕੋ ਏਕ ਨਿਹਾਲੀਐ। ਕਰਮ ਕਰੇ ਤਾਂ ਬੰਦਾ, ਨਹਿ ਕਰੇ ਤਾਂ ਨਿੰਦਾ, ਮੋਹ ਮਗਨ ਮਨ ਵਿਆਪਿਆ ਚਿੰਦਾ। ਗੁਰ ਪ੍ਰਸਾਦ ਸੁਖ ਦੁਖ ਸਮਝਾਣੈ, ਘਟ ਘਟ ਰਾਮ ਹਿਆਲੀਐ। ਸੰਸਾਰੋਂ ਮੈਂ ਸਹਿਸਾ ਵਿਆਪੈ, ਅਕਥ ਕਥਾ ਅਗੋਚਰ ਨਹੀਂ ਜਾਪੈ। ਜਿਸੈ ਬੁਝਾਏ ਸੋਈ ਬੂਝੈ, ਉਹ ਬਾਲਕ ਵਾਂਗੀ ਪਾਲੀਐ। ਛੋੜ ਬਹਿ ਤੋ ਛੂਟੈ ਨਾਹੀ, ਜੋ ਸਿੰਚੈ ਤੋ ਭਉ ਮਨ ਮਾਹੀ। ਇਸੀ ਮੈਂ ਜਿਸ ਕੀ ਪਤ ਰਾਖੈ, ਤਿਸ ਸਾਧੂ ਚਵਰ ਢਾਲੀਐ। ਸੋ ਸੂਰਾ ਤਿਸ ਹੋਏ ਮਰਣਾ, ਜੋ ਭਾਗੈ ਤਿਸ ਜੋਨੀ ਫਿਰਣਾ। ਜੋ ਵਰਤਾਏ ਸੋਈ ਪਲ ਮਾਨੈ, ਬੁਝ ਹੁਕਮੈ ਦੁਰਮਤ ਜਾਲੀਐ। ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਕਰ ਕਰ ਵੇਖੈ ਆਪਣੇ ਜਚਨਾ। ਨਾਨਕ ਕੇ ਪੂਰਨ ਸੁਖ ਦਾਤੇ, ਤੂੰ ਦੇਹ ਤਾਂ ਨਾਮ ਸੰਭਾਲੀਏ। ਹਾਏ, ਇਹ ਰਸਤਾ ਕਠਿਨ ਹੈ ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਭਵਰ ਵਸਣ ਦੇ, ਤੇ ਵਿਰਲੇ ਸੰਸਾਰ ਵਿੱਚ ਪਿਰਮ ਸਨੇਹੀ ਮੀਨ ਤਰਨ ਦੇ, ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਸੇਵ ਕਰਨ ਦੇ। ਭੈ ਵਿੱਚ ਜੰਮਣ, ਭੈ ਰਹਿਣ, ਭੈ ਵਿੱਚ ਮਰ, ਗੁਰਸਿੱਖ ਜੀਵਨ ਦੇ। ਗੁਰਮੁਖ ਸੁਖ ਫਲ ਪਿਰਮ ਚਖਨ ਦੇ, ਪੀਰ ਮੁਰੀਦਾਂ ਪਿਰਹੜੀ, ਲਖ ਮੁਲੀਅਨ ਕਖੇ।